ਸਾਲ 2008 ਵਿੱਚ ਜਦੋਂ ਆਰਥਿਕ ਮੰਦਵਾੜੇ ਦੀ ਮਾਰ ਦੁਨੀਆ ਦੇ ਸਭ ਤੋਂ ਵੱਡੇ ਵਪਾਰਿਕ ਬੈਂਕਾਂ ਅਤੇ ਮਾਲ ਉਤਪਾਦਕਾਂ ਤੇ ਪਈ ਤਾਂ ਅਖਬਾਰ ਟੈਲੀਵਿਜ਼ਨ ਕਰਲਾ ਉੱਠੇ। ਵਿਸ਼ਵ ਪੱਧਰ ਦੇ ਅਰਥ ਸ਼ਾਸਤਰੀ ਇਸ ਦਾ ਹੱਲ ਲੱਭਣ ਵਿੱਚ ਜੁਟ ਗਏ। ਮੁਲਕਾਂ ਦੇ ਪ੍ਰਧਾਨ ਮੰਤਰੀਆਂ ਅਤੇ ਮੰਤਰੀਆਂ ਨੇ ਵਿਸ਼ਵ ਪੱਧਰੀ ਮੀਟਿੰਗਾਂ ਕੀਤੀਆਂ। ਜਦੋਂ ਕੋਈ ਠੋਸ ਹੱਲ ਨਾ ਮਿਲਿਆ ਤਾਂ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਭਰੇ ਮੁਲਕਾਂ ਦੇ ਖਜ਼ਾਨੇ ਦਿਵਾਲੀਏ ਹੋਏ ਸਰਮਾਏਦਾਰਾਂ ਲਈ ਖੋਲ੍ਹ ਦਿੱਤੇ ਗਏ। ਵੱਡੇ ਵੱਡੇ ਬੇਲ ਆਊਟ ਪੈਕੇਜ ਦਿੱਤੇ ਗਏ। ਇਨ੍ਹਾਂ ਰੁਪਈਆਂ ਦਾ ਕਾਫੀ ਹਿੱਸਾ ਕੰਪਨੀਆਂ ਦੇ ਬੋਰਡਾਂ ਅਤੇ ਡਾਇਰੈਕਟਰਾਂ, ਚੇਅਰਮੈਨਾਂ ਅਤੇ ਮਾਲਕਾਂ ਨੇ ਬੋਨਸ ਅਤੇ ਤਨਖਾਹਾਂ ਦੇ ਰੂਪ ਵਿੱਚ ਆਪਣੇ ਨਿੱਜੀ ਖਾਤਿਆਂ ਵਿੱਚ ਪਾ ਲਏ ਤੇ ਮੰਦਵਾੜਾ ਅੱਜ ਵੀ ਜਾਰੀ ਹੈ। ਤੁਹਾਨੂੰ ਲੱਗਦਾ ਹੋਵੇਗਾ ਕਿ ਆਰਥਿਕ ਮੰਦਵਾੜੇ ਬਾਰੇ ਕੋਈ ਡਾਕੂਮੈਂਟਰੀ ਦਿਖਾਈ ਜਾ ਰਹੀ ਹੈ ਤੇ ਤੁਸੀਂ ਠੀਕ ਵੀ ਹੋ, ਪਰ ਇਹ ਡਾਕੂਮੈਂਟਰੀ ਇੱਕ ਐਸੇ ਆਰਥਿਕ ਮੰਦਵਾੜੇ ਬਾਰੇ ਹੈ ਜੋ ਇੱਕ ਅੱਧੇ ਸਾਲ ਤੋਂ ਨਹੀਂ ਸਗੋਂ ਦਹਾਕੇ ਭਰ ਤੋਂ ਜਾਰੀ ਹੈ, ਜੋ ਆਤਮ ਹੱਤਿਆਵਾਂ ਦੇ ਰੂਪ ਵਿੱਚ ਕਾਫੀ ਇਨਸਾਨਾਂ ਦੀ ਬਲੀ ਲੈ ਚੁੱਕਿਆ ਹੈ, ਜਿਸ ਨੇ ਲੱਖਾਂ ਲੋਕਾਂ ਨੂੰ ਜਿਉਂਦੀਆਂ ਲਾਸ਼ਾਂ ਵਿੱਚ ਤਬਦੀਲ ਕਰ ਦਿੱਤਾ ਹੈ, ਪਰ ਜਿਸ ਬਾਰੇ ਆਰਥਿਕ ਮਾਰਾਂ ਜਾਂ ਨੀਤੀ ਘਾੜਿਆਂ ਦੀ ਕੋਈ ਹੰਗਾਮੀ ਮੀਟਿੰਗ ਨਹੀਂ, ਨਾ ਕੋਈ ਬੇਲ ਆਊਟ, ਨਾ ਕੋਈ ਪੰਜਵਾਂ ਤਨਖਾਹ ਕਮਿਸ਼ਨ, ਨਾ ਸਬਸਿਡੀਆਂ, ਨਾ ਰਿਆਇਤਾਂ। ਇਹ ਹੈ ਪਿੰਡਾਂ ਦੀ ਆਬਾਦੀ ਦਾ ਕਰੀਬ 40% ਬਣਦੇ ਖੇਤ ਮਜ਼ਦੂਰਾਂ ਦਾ ਆਰਥਿਕ ਮੰਦਵਾੜਾ। ਇਹ ਮੰਦਵਾੜਾ ਆਪਣੇ ਵੱਖ-ਵੱਖ ਰੂਪਾਂ ਵਿੱਚ ਉੱਭਰ ਕੇ ਸਮਾਜ ਦਾ ਧਿਆਨ ਆਪਣੇ ਵੱਲ ਖਿੱਚਦਾ ਰਿਹਾ ਹੈ। ਜੇ ਕਦੀ ਇਹ ਬਹੁਤਾ ਗੰਭੀਰ ਰੂਪ ਲੈ ਵੀ ਲਵੇ ਤਾਂ ਸਰਕਾਰ ਇਸ ਦੇ ਹੱਲ ਦੇ ਲਈ ਅਰਥ ਸ਼ਾਸਤਰੀਆਂ ਦੀ ਟੀਮ ਨਹੀਂ ਸਗੋਂ ਪੁਲਿਸ ਦੀ ਟੀਮ ਦੀ ਡਿਊਟੀ ਲਗਾ ਦਿੰਦੀ ਹੈ, ਜੋ ਕਈਆਂ ਨੂੰ ਡਰਾ ਧਮਕਾ ਕੇ ਕਈਆਂ ਤੇ ਪਰਚੇ ਦਰਜ ਕਰਕੇ ਸਾਰੇ ਮਾਮਲੇ ਨੂੰ ਸ਼ਾਂਤ ਕਰ ਦਿੰਦੀ ਹੈ। ਹਾਲਾਂਕਿ 60ਵਿਆਂ ਵਿੱਚ ਸ਼ੁਰੂ ਹੋਏ ਹਰੇ ਇਨਕਲਾਬ ਨੂੰ ਸਿਰੇ ਚੜਾਉਣ ਵਿੱਚ ਇਸ ਤਬਕੇ ਦਾ ਵੱਡਾ ਯੋਗਦਾਨ ਰਿਹਾ ਹੈ, ਪਰ ਖੇਤੀ ਵਿੱਚ ਮਸ਼ੀਨੀਕਰਨ ਵਧਣ ਨਾਲ ਬਦਲਵੇਂ ਰੁਜ਼ਗਾਰ ਦੀ ਅਣਹੋਂਦ ਵਿੱਚ ਇਹ ਤਬਕਾ ਅੱਜ ਗਰੀਬੀ ਰੇਖਾ ਤੋਂ ਬਹੁਤ ਹੇਠਾਂ ਜਾ ਚੁੱਕਿਆ ਹੈ। ਜਿਵੇਂ-ਜਿਵੇਂ ਦੇਸ਼ ਅੰਦਰ ਉਦਾਰੀਕਰਨ ਦੇ ਨਾਂ ਤੇ ਸਾਮਰਾਜੀ ਨੀਤੀਆਂ ਅਤੇ ਖੇਤੀ ਵਿੱਚ ਤਰਕਹੀਣ ਮਸ਼ੀਨੀਕਰਨ ਦਾ ਜਾਲ ਫੈਲਦਾ ਗਿਆ, ਗਰੀਬਾਂ ਨੂੰ ਮਿਲਣ ਵਾਲਾ ਰੋਜ਼ਗਾਰ ਲਗਾਤਾਰ ਸੁੰਗੜਦਾ ਚਲਾ ਗਿਆ। ਮਜ਼ਦੂਰ ਬਹੁਤ ਪਰੇਸ਼ਾਨੀ ਦੀ ਜ਼ਿੰਦਗੀ ਜਿਉ ਰਹੇ ਹਨ। ਖੇਤੀ ਦਾ ਸੀਜ਼ਨ ਲਗਾਤਾਰ ਛੋਟਾ ਹੁੰਦਾ ਗਿਆ, ਖੇਤੀ ਵਿੱਚ ਸਥਾਈ ਕੰਮ ਲਗਾਤਾਰ ਘਟਦਾ ਗਿਆ ਅਤੇ ਇਸ ਹਾਲਤ ਵਿੱਚ ਬਚੇ ਹੋਏ ਕੰਮਾਂ ਅੰਦਰ ਵੀ ਕਿਰਤ ਦਾ ਮੁੱਲ ਅਤੇ ਕੰਮ ਦੀਆਂ ਹਾਲਤਾਂ ਲਗਾਤਾਰ ਹੇਠਾਂ ਵੱਲ ਆਉਂਦੀਆਂ ਰਹੀਆਂ। ਪੇਂਡੂ ਮਜ਼ਦੂਰਾਂ ਦੀ ਵਿਸ਼ਾਲ ਬਹੁਗਿਣਤੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਐਸੇ ਕੰਮ ਕਰਕੇ ਚਲਾਉਂਦੀ ਹੈ ਜੋ ਦੇਸ਼ ਦੀ GDP ਦਾ ਹਿੱਸਾ ਤੱਕ ਨਹੀਂ ਗਿਣੇ ਜਾਂਦੇ। ਮਜ਼ਦੂਰ ਔਰਤਾਂ ਆਪਣਾ ਸਾਰਾ ਦਿਨ ਸੜਕਾਂ ਕੰਢੇ ਲੱਗੇ ਦਰੱਖਤਾਂ ਤੋਂ ਟਾਹਣੀਆਂ ਤੋੜ ਕੇ ਜਾਂ ਉਹਨਾਂ ਦੇ ਸੱਕ ਲਾ ਕੇ ਬਾਲਣ ਇਕੱਠਾ ਕਰਨ, ਬਗਾਨੇ ਖੇਤਾਂ ਦੀਆਂ ਵੱਟਾਂ ਤੋਂ ਉੱਗਿਆ ਘਾਹ ਖੋਦ ਕੇ ਪਸ਼ੂਆਂ ਲਈ ਚਾਰਾ ਇਕੱਠਾ ਕਰਨ ਅਤੇ ਵੱਡੇ ਜ਼ਿਮੀਂਦਾਰਾਂ ਦੇ ਘਰਾਂ ਦਾ ਗੋਹਾ ਕੂੜਾ ਕਰਨ ਵਿੱਚ ਬਿਤਾਉਂਦੀਆਂ ਹਨ। ਇੱਥੋਂ ਤੱਕ ਕਿ ਵਾਢੀ ਤੋਂ ਬਾਅਦ ਖੇਤਾਂ ਵਿੱਚੋਂ ਬੱਲੀਆਂ ਚੁੱਕ ਕੇ ਦਾਣੇ ਇਕੱਠੇ ਕਰਨੇ ਵੀ ਇਹਨਾਂ ਦੀ ਘਰੇਲੂ ਆਰਥਿਕਤਾ ਵਿੱਚ ਖਾਸ ਥਾਂ ਰੱਖਦਾ ਹੈ। ਕਿਸੇ ਬਿਮਾਰੀ, ਵਿਆਹ ਸ਼ਾਦੀ, ਸੱਟ ਫੇਟ, ਜਨੇਪੇ ਜਾਂ ਮੌਤ ਹੋ ਜਾਣ ਤੇ ਕਰਜ਼ਾ ਲੈਣਾ ਪੈਂਦਾ ਹੈ। ਉਸ ਕਰਜ਼ੇ ਦਾ ਮਹਿਜ਼ ਵਿਆਜ ਮੋੜਨ ਦੇ ਲਈ ਮਜ਼ਦੂਰ ਔਰਤਾਂ ਨੂੰ ਕਰਜ਼ਦਾਤਾ ਦੇ ਘਰ ਬਿਨਾਂ ਪੈਸੇ ਤੋਂ ਗੋਹਾ ਕੂੜਾ ਜਾਂ ਸਫਾਈ ਦਾ ਕੰਮ ਕਰਨਾ ਪੈਂਦਾ ਹੈ। ਇਸ ਕਰਜ਼ੇ ਦਾ ਵਿਆਜ 3 ਤੋਂ 5 ਰੁਪਏ ਸੈਕੜਾ ਪ੍ਰਤੀ ਮਹੀਨਾ ਹੈ, ਭਾਵ 36 ਤੋਂ 60% ਸਾਲਾਨਾ ਵਿਆਜ ਦਰ। ਪੀਣ ਵਾਲਾ ਪਾਣੀ ਪੰਜਾਬ ਦੇ ਪਿੰਡਾਂ ਦੀ ਵੱਡੀ ਸਮੱਸਿਆ ਹੈ, ਸੋ ਇਹਨਾਂ ਮਜ਼ਦੂਰਾਂ ਦੀ ਵੀ ਹੈ, ਪਰ ਨਹੀਂ, ਇਹਨਾਂ ਮਜ਼ਦੂਰਾਂ ਲਈ ਇਹ ਸਮੱਸਿਆ ਮਹਿਜ਼ ਇੰਨੀ ਹੀ ਨਹੀਂ ਕਿ ਪਾਣੀ ਮਿਲਦਾ ਨਹੀਂ, ਇਹਨਾਂ ਲਈ ਇਹ ਸਮੱਸਿਆ ਹੈ ਕਿ ਜੋ ਪਾਣੀ ਮਿਲਦਾ ਹੈ ਉਸ 'ਤੇ ਵੀ ਇਹਨਾਂ ਦਾ ਹੱਕ ਪਹਿਲਾਂ ਨਹੀਂ। ਪਿੰਡਾਂ ਅੰਦਰ ਆਪਣੇ ਰਿਹਾਇਸ਼ ਵਾਲੇ ਥਾਂ ਨੂੰ ਸਾਫ਼ ਰੱਖਣ ਲਈ ਪੇਂਡੂ ਮਜ਼ਦੂਰਾਂ ਨੂੰ ਅਕਸਰ ਜੱਦੋ-ਜਹਿਦ ਕਰਨੀ ਪੈਂਦੀ ਹੈ। ਆਜ਼ਾਦੀ ਤੋਂ ਬਾਅਦ ਦੇ 62 ਸਾਲਾਂ ਵਿੱਚ ਇਹਨਾਂ ਸਮੱਸਿਆ ਦੇ ਨਾਲ ਜੂਝਦੇ ਸਾਡੇ ਪੇਂਡੂ ਮਜ਼ਦੂਰਾਂ ਦੀ ਤੀਜੀ ਪੀੜ੍ਹੀ ਜਵਾਨ ਹੋ ਰਹੀ ਹੈ, ਪਰ ਇਹਨਾਂ ਕੋਲ ਰਿਹਾਇਸ਼ ਦੇ ਲਈ 1 ਜਾਂ 2 ਕਮਰਿਆਂ ਵਾਲਾ ਉਹੀ ਘਰ ਹੈ ਜੋ ਸ਼ਾਇਦ ਇਹਨਾਂ ਦੇ ਪੜਦਾਦੇ ਨੂੰ ਮਿਲਿਆ ਸੀ। ਦੂਜੇ ਪਾਸੇ ਇਸੇ ਦੌਰਾਨ ਜ਼ਮੀਨਾਂ ਦੇ ਰੇਟ ਅਚਾਨਕ ਬੇਹੱਦ ਵਧੇ ਹਨ।
ਲੰਘੇ 5-7 ਸਾਲਾਂ ਵਿੱਚ ਪ੍ਰਾਪਰਟੀ ਡੀਲਰਾਂ, ਬਿਲਡਿੰਗ ਕੰਪਨੀਆਂ ਨੇ ਜ਼ਮੀਨਾਂ ਦੀ ਸੱਟੇਬਾਜ਼ੀ ਕਰਕੇ ਇਹਨਾਂ ਭਾਵਾਂ ਨੂੰ ਅਸਮਾਨੀ ਚਾੜ ਦਿੱਤਾ ਹੈ। ਇਸ ਨੇ ਮਜ਼ਦੂਰ ਵਰਗ ਦੇ ਆਪਣੇ ਵੱਡੇ ਹੋ ਚੁੱਕੇ ਪਰਿਵਾਰਾਂ ਦੇ ਸਿਰ ਤੇ ਛੱਤ ਪਾਉਣ ਦੇ ਸੁਪਨੇ ਨੂੰ ਮਾਰੂ ਸੱਟ ਮਾਰੀ ਹੈ। ਹਰ ਪਿੰਡ ਦੀ ਪੰਚਾਇਤ ਕੋਲ ਇਹ ਅਧਿਕਾਰ ਹੈ ਕਿ ਉਹ ਲੋੜਵੰਦ ਗਰੀਬ ਪਰਿਵਾਰਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਪਲਾਟ ਦੇਣ ਦਾ ਮਤਾ ਪਾਸ ਕਰੇ ਅਤੇ ਉੱਪਰੋਂ ਮਨਜ਼ੂਰੀ ਲੈ ਕੇ ਪੰਚਾਇਤੀ ਜ਼ਮੀਨ ਵਿੱਚ ਇਹਨਾਂ ਪਰਿਵਾਰਾਂ ਨੂੰ ਪਲਾਟ ਦੇਵੇ। ਇਸੇ ਲਈ ਅੱਜ ਤੱਕ ਇਹ ਮਸਲਾ ਬਹੁਤੀ ਵਾਰੀ ਪੰਚਾਇਤਾਂ ਕੋਲ ਅਰਜ਼ੋਈ ਦੇ ਰੂਪ ਵਿੱਚ ਜਾਂ ਫਿਰ ਪੰਚਾਇਤੀ ਚੋਣਾਂ ਦੌਰਾਨ ਵੋਟ ਪਾਉਣ ਦੀ ਸ਼ਰਤ ਦੇ ਰੂਪ ਵਿੱਚ ਉੱਭਰਦਾ ਰਿਹਾ ਹੈ। ਸਾਨੂੰ ਕੋਈ ਸ਼ਾਮਲਾਟ ਨਹੀਂ ਮਿਲੀ, ਸਾਨੂੰ ਕੋਈ ਕਿਸੇ ਨੇ ਕਲੋਨੀ ਨਹੀਂ ਕੱਟ ਕੇ ਦਿੱਤੀ, ਸਾਨੂੰ ਕਿਸੇ ਨੇ ਨਲਕਾ ਲਾ ਕੇ ਨਹੀਂ ਦਿੱਤਾ, ਸਾਨੂੰ ਕਿਸੇ ਨੇ ਪਲੱਸ ਨਹੀਂ ਪਾ ਕੇ ਦਿੱਤੀ ਤੇ ਸਾਨੂੰ ਕਿਸੇ ਨੇ ਕੋਈ ਸਹੂਲਤ ਨਹੀਂ ਕਰਕੇ ਦਿੱਤੀ। ਲੋੜਵੰਦ ਪਰਿਵਾਰ ਆਪਣੀ ਪੰਚਾਇਤੀ ਵੋਟ ਬਦਲੇ ਪਲਾਟ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ। ਮੈਂ ਬਥੇਰੀ ਮੈਂਬਰਾਂ ਸਰਪੰਚਾਂ ਨੂੰ ਮੈਂ ਬਥੇਰੀ ਕੋਈ ਬਿਪਤਾ ਦੱਸੀ ਵੀ ਆਣ ਕੇ ਦੇਖ ਲਓ ਭਾਈ, ਦੇਖ ਲਓ ਮੇਰੀ ਕਿਸੇ ਕੋਲੇ ਮੋਬਾਈਲ ਹੈ, ਕਿਸੇ ਨੇ ਕੋਈ ਨਹੀਂ ਸੁਣੀ। ਸਮੱਸਿਆ ਗੰਭੀਰ ਹੁੰਦੀ ਗਈ। 20 ਸਾਲ ਤਾਂ ਮੈਨੂੰ ਦੇਖਦੇ ਨੇ ਹੋ ਗਏ, ਸੁਣਦੇ ਨੂੰ ਵੀ ਕਲੋਨੀਆਂ ਮਿਲਣਗੀਆਂ। ਕਦੇ ਕਾਂਗਰਸ ਆ ਜਾਂਦੀ ਹੈ, ਕਦੇ ਅਕਾਲੀ ਆ ਜਾਂਦੇ ਆ, ਲਾਰਾ ਲਾ ਦਿੰਦੇ ਆ, ਖੱਦੋ ਵਾਂਗੂ ਸਾਨੂੰ ਵਿਚਾਲੇ ਰੋੜੀ ਫਿਰਦੇ ਆ। ਕਿਸੇ ਨੇ 5-5 ਮਰਲਿਆਂ ਦਾ ਵਾਅਦਾ ਕੀਤਾ ਤੇ ਕਿਸੇ ਨੇ 10-10 ਮਰਲਿਆਂ ਦਾ ਵਾਅਦਾ ਕੀਤਾ, ਪਰ ਦਿੱਤਾ ਕਿਸੇ ਨੇ ਨਹੀਂ। ਸੌਂ ਖਾ ਕੇ ਵੋਟਾਂ ਪਵਾ ਲਈਆਂ ਸੀ ਪਹਿਲਾਂ, ਮੈਂ ਹੁਣ ਸਾਡੇ ਪੈਪ ਪਾ ਤੇ ਕਹਿੰਦੇ 2 ਮਹੀਨਿਆਂ ਦੇ ਅੰਦਰ ਪੈਪ ਆ ਜਾਣਗੇ। ਮੁੜ ਕੇ ਸਾਡੇ 5 ਸਾਲ ਤੋਂ ਵੋਟਾਂ ਫੇਰ ਵੀ ਪੈ ਗਈਆਂ। ਇਸ ਦੇ ਵੀ ਕੁਝ ਖਾਸ ਕਾਰਨ ਹਨ। ਅਸੀਂ ਨੰਬਰਦਾਰਾਂ ਨੇ ਬਲਵੀਰ ਕੇ ਖੇਤੋਂ ਪਾਣੀ ਲਿਆਉਂਦੇ ਰਹੇ, ਉਹਦੇ ਮੈਂ ਲਾਭੇ ਹੋਰੀ ਘੇਰ ਲਏ, ਮੈਂ ਮੈਂਬਰ ਸਰਪੰਚ ਬਣ ਗਏ ਤੁਸੀਂ ਸਾਰੇ। ਸਾਡੇ ਦੇਖ ਸੋਡੀਆਂ ਤਾਂ ਖੇੜਾਂ ਭਰ ਲੈਣੇ, ਰਾਤ ਨੂੰ ਟੂਟੀਆਂ ਆ ਜਾਂਦੀਆਂ ਨੇ, ਰਾਤ ਨੂੰ ਟੂਟੀਆਂ ਆ ਕੇ ਖੇੜਾਂ ਭਰ ਕੇ ਮੌਜ ਨਾਲ ਬਹਿ ਜਾਂਦੇ ਹੋ ਤੁਸੀਂ ਤਾਂ। ਤੇ ਵੀ ਭਾਈ ਅਸੀਂ ਕਿੱਧਰ ਜਾਈ, ਸਾਡੀਆਂ ਦੇਖ ਲੈ 20 ਕੋ ਜਾਂਦੀਆਂ ਹੁਣ ਪਾਣੀ ਨੂੰ। 15 ਸਾਲ ਤਿੰਨੇ ਮਾਵਾਂ ਧੀਆਂ ਨੇ ਸਾਡੇ ਸਿਰ ਤੇ ਤੌੜੇ ਚਾਰਾਂ ਦੇ, ਤੇ 3 ਜਣੀਆਂ ਸਾਡੇ ਨਾਲ ਜੀ ਸਾਡੀਆਂ ਗਵਾਂਢਣਾ 8 ਜਣੀਆਂ। ਮੈਂ ਕਿਹਾ ਤੁਸੀਂ ਤਾਂ ਆਇਆ ਨੇ ਸਕੂਟਰਾਂ ਤੇ ਚਿੱਟੀਆਂ ਬੰਨੀ, ਲੀਲੀਆਂ ਬੰਨੀ ਰੱਖੀਆਂ ਨੇ, ਸੂਟ ਪਾ ਰੱਖੇ ਨੇ। ਇਸ ਦਾ ਪ੍ਰਮੁੱਖ ਕਾਰਨ ਹੈ ਪੰਚਾਇਤਾਂ ਉੱਪਰ ਕਾਬਜ਼ ਪੇਂਡੂ ਤਨਾੜ ਤਬਕਾ, ਜੋ ਅਕਾਲੀਆਂ ਅਤੇ ਕਾਂਗਰਸੀਆਂ ਦੋਹਾਂ ਦਾ ਆਧਾਰ ਹੈ। ਉਹ ਪਿੰਡ ਦੇ तमाम ਸਾਂਝੇ ਸਾਧਨਾਂ, ਕੋਆਪਰੇਟਿਵ ਸੁਸਾਇਟੀਆਂ, ਸਾਂਝੀ ਜ਼ਮੀਨ, ਟੋਭੇ, ਗੁਰਦੁਆਰੇ ਅਤੇ ਪਾਣੀ ਤੇ ਆਪਣਾ ਕਬਜ਼ਾ ਲਗਾਤਾਰ ਬਣਾਈ ਰੱਖਦਾ ਹੈ। ਇਸ ਲਈ ਕੁਝ ਮਜ਼ਦੂਰਾਂ ਨੂੰ ਤਰਸ ਵਜੋਂ ਜਾਂ ਫਿਰ ਰਿਸ਼ਵਤ ਵਜੋਂ ਪਲਾਟ ਦੇਣਾ ਉਸ ਦੀ ਜਮਾਤੀ ਪਕੜ ਨੂੰ ਬਣਾਈ ਰੱਖਣ ਦਾ ਇੱਕ ਸਾਧਨ ਹੈ, ਪਰ तमाम ਮਜ਼ਦੂਰਾਂ ਦਾ ਮਸਲਾ ਹੱਲ ਕਰ ਦੇਣਾ ਉਸ ਦੇ ਲਈ ਇਸ ਸਾਧਨ ਨੂੰ ਆਪਣੇ ਹੱਥੋਂ ਸਦਾ ਲਈ ਗਵਾ ਦੇਣ ਵਾਲੀ ਗੱਲ ਹੋਵੇਗੀ। ਇਸੇ ਲਈ ਇਹ ਸਵਾਲ ਲਗਾਤਾਰ ਲਟਕਦਾ ਆ ਰਿਹਾ ਹੈ। ਮਜ਼ਦੂਰਾਂ ਦੇ ਮਸਲਿਆਂ ਦੀ ਉਲਝੀ ਹੋਈ ਤਾਣੀ ਦਾ ਸਿਰਾ ਫੜਿਆ CPI-ML ਲਿਬਰੇਸ਼ਨ, ਜੋ 1967 ਵਿੱਚ ਬੰਗਾਲ ਵਿੱਚੋਂ ਉੱਠੀ ਨਕਸਲਵਾੜੀ ਦੀ ਕਿਸਾਨ ਬਗਾਵਤ ਵਿੱਚੋਂ ਪੈਦਾ ਹੋਈ ਇਨਕਲਾਬੀ ਪਾਰਟੀ ਹੈ। ਇਸ ਨੇ ਸ਼ੁਰੂਆਤੀ ਸਾਲਾਂ ਵਿੱਚ ਹੀ ਪੂੰਜੀਵਾਦੀ ਜਗੀਰੂ ਹਾਕਮਾਂ ਦੇ ਅੱਤ ਦੇ ਘਿਨਾਉਣੇ, ਪੁਲਿਸ ਜ਼ਬਰ, ਝੂਠੇ ਪੁਲਿਸ ਮੁਕਾਬਲਿਆਂ, ਜੇਲ੍ਹਾਂ, ਕਾਨੂੰਨੀ ਪ੍ਰਤੀਬੰਧਾਂ ਦੇ ਬਾਵਜੂਦ ਦੇਸ਼ ਪੱਧਰ ਤੇ ਮਜ਼ਦੂਰਾਂ ਦੀ ਇੱਕ ਇਨਕਲਾਬੀ ਸਿਆਸੀ ਪਾਰਟੀ ਵਜੋਂ ਆਪਣਾ ਵਜੂਦ ਕਾਇਮ ਕੀਤਾ ਹੈ। ਲਿਬਰੇਸ਼ਨ ਅਤੇ ਇਸ ਦੀ ਅਗਵਾਈ ਵਿੱਚ ਚੱਲਣ ਵਾਲੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਕਾਫੀ ਸਮੇਂ ਤੋਂ ਮਜ਼ਦੂਰਾਂ ਦੇ ਅਣਗੌਲੇ ਮਸਲਿਆਂ ਨੂੰ ਪੰਜਾਬ ਦੀ ਸਿਆਸਤ ਦੇ ਕੇਂਦਰੀ ਮੁੱਦਿਆਂ ਵਜੋਂ ਸਥਾਪਿਤ ਕਰਨ ਦੇ ਲਈ ਸੰਘਰਸ਼ ਕਰ ਰਹੀ ਹੈ। ਪਾਰਟੀ ਨੂੰ ਇਹ ਭਾਵਦਿਆ ਦੇਰ ਨਾ ਲੱਗੀ ਕਿ ਰਿਹਾਇਸ਼ੀ ਪਲਾਟਾਂ ਦਾ ਇਹ ਮੁੱਦਾ ਮਜ਼ਦੂਰਾਂ ਦੀ ਪਿੰਡ ਅੰਦਰ ਆਰਥਿਕ, ਸਮਾਜਿਕ ਅਤੇ ਸਿਆਸੀ ਦਾਅਵੇਦਾਰੀ ਨੂੰ ਵਧਾਉਣ ਤੋਂ ਲੈ ਕੇ ਜ਼ਮੀਨੀ ਸੁਧਾਰ ਲਾਗੂ ਕਰਵਾਉਣ ਤੱਕ ਦੇ ਕਈ ਜਮਾਤੀ ਸਿਆਸੀ ਸਵਾਲ ਖੜੇ ਕਰ ਦੇਵੇਗਾ। ਇਹ ਤਜਵੀਜ਼ ਮਜ਼ਦੂਰਾਂ ਨੂੰ ਲਾਰਿਆਂ ਤੇ ਟੇਕ ਰੱਖਣ ਦੀ ਬਜਾਏ ਖੁਦ ਆਪਣੇ ਏਕੇ ਅਤੇ ਕਾਰਵਾਈ ਤੇ ਟੇਕ ਰੱਖਣ ਦੇ ਲਈ ਪ੍ਰੇਰਦੀ ਹੈ। ਇਸ ਦੇ ਤਹਿਤ ਸਭ ਤੋਂ ਪਹਿਲਾ ਕਬਜ਼ਾ 22 ਅਪ੍ਰੈਲ 2008 ਪਿੰਡ ਦਲੇਰ ਸਿੰਘ ਵਾਲਾ, ਜ਼ਿਲ੍ਹਾ ਮਾਨਸਾ ਵਿਖੇ ਕੀਤਾ ਗਿਆ। ਲਾਲ ਝੰਡਾ ਗੱਡ ਕੇ ਮਜ਼ਦੂਰਾਂ ਨੇ ਜ਼ਮੀਨ ਤੇ ਆਪਣਾ ਹੱਕ ਦਿੱਤਾ। ਪ੍ਰਸ਼ਾਸਨ ਆਇਆ, ਪੁਲਿਸ ਵੀ ਆਈ। ਮਜ਼ਦੂਰ ਮਰਦ ਅਤੇ ਔਰਤਾਂ 2 ਦਿਨਾਂ ਵਾਸਤੇ ਜੇਲ੍ਹ ਵੀ ਗਏ। ਅੰਤ ਸਮਝੌਤਾ ਇਹ ਹੋਇਆ ਕਿ ਪ੍ਰਸ਼ਾਸਨ ਖੁਦ ਉਹਨਾਂ ਨੂੰ ਪਲਾਟ ਕੱਟ ਕੇ ਦੇਵੇਗਾ। ਉਹਨਾਂ ਚਿਰ ਮਜ਼ਦੂਰ ਜ਼ਮੀਨ ਤੇ ਕਬਜ਼ਾ ਕਾਇਮ ਰੱਖਣਗੇ, ਪਰ ਅਸਾਰੀ ਨਹੀਂ ਕਰਨਗੇ। ਇਹ ਸਮਾਂ ਸੀ ਸਾਲ 2008 ਦੀਆਂ ਪੰਚਾਇਤ ਚੋਣਾਂ ਦਾ। ਪ੍ਰਸ਼ਾਸਨ ਦਾ ਵਾਅਦਾ ਕਦੇ ਵੀ ਵਫਾ ਨਾ ਹੋਇਆ। ਇਸੇ ਦੌਰਾਨ CPI-ML ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਨੇ ਪਿੰਡ-ਪਿੰਡ ਜਾ ਕੇ ਮੁਹਿੰਮ ਚਲਾਈ। ਦਲੇਰ ਸਿੰਘ ਵਾਲਾ ਦੇ ਤਜਰਬੇ ਬਾਰੇ ਮਜ਼ਦੂਰਾਂ ਨੂੰ ਦੱਸਿਆ। ਸਾਡੇ ਨਾਲ ਜੋ ਸਰਕਾਰ ਨੇ ਵਾਅਦੇ ਕੀਤੇ ਸੀ, ਇਹ ਵਾਅਦਿਆਂ ਤੋਂ ਮੁੱਕਰਦੇ ਆ। ਵੋਟਾਂ ਲੈਣ ਵੇਲੇ ਕੁਝ ਹੋਰ ਹੁੰਦੇ ਆ, ਬਾਅਦ 'ਚ ਕੁਝ ਹੋਰ ਹੁੰਦੇ ਆ।
ਹਰ ਪਿੰਡ ਦਾ ਮਜ਼ਦੂਰ ਇਸ ਤਜਰਬੇ ਦੇ ਨਾਲ ਸਹਿਮਤ ਹੋਇਆ। ਫਿਰ ਆਇਆ ਫਰਵਰੀ 2009 ਜਦੋਂ ਪਾਰਲੀਮਾਨੀ ਚੋਣਾਂ ਦਾ ਐਲਾਨ ਹੋਇਆ। ਇਹ ਬੇਹੱਦ ਢੁਕਵਾਂ ਮੌਕਾ ਸੀ। ਪਾਰਟੀ ਨੇ ਫੈਸਲਾ ਕੀਤਾ ਕਿ ਹਲਕਾ ਬਠਿੰਡਾ ਤੇ ਸੰਗਰੂਰ ਤੋਂ ਉਮੀਦਵਾਰ ਖੜੇ ਕੀਤੇ ਜਾਣਗੇ। ਰਹਿਸ਼ੀ ਜ਼ਮੀਨਾਂ ਦਾ ਮੁੱਦਾ ਹੀ ਪ੍ਰਚਾਰ ਦਾ ਕੇਂਦਰੀ ਮੁੱਦਾ ਹੋਵੇਗਾ। ਪਿੰਡ-ਪਿੰਡ ਮਜ਼ਦੂਰਾਂ ਦੇ ਇਕੱਠ ਕਰਕੇ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਤੇ ਕਬਜ਼ਾ ਕਰਨ ਦਾ ਮਤਾ ਪਾਸ ਹੋਇਆ। ਪਾਰਟੀ ਦੀ ਨੀਤੀ ਸਪਸ਼ਟ ਤੇ ਸਾਦੀ ਸੀ। ਜਾਂ ਤੇ ਹਾਕਮ ਪਾਰਟੀਆਂ ਚੋਣਾਂ ਦੇ ਇਸ ਨਾਜ਼ੁਕ ਸਮੇਂ ਤੇ ਮਜ਼ਦੂਰਾਂ ਦੇ ਖਿਲਾਫ ਖੜੇ ਹੋਣ, ਜ਼ਬਰ ਕਰਕੇ ਆਪਣੇ ਮੂੰਹ ਤੋਂ ਸਰਬ ਸਾਂਝੀਵਾਲਤਾ ਦਾ ਨਕਾਬ ਹਟਾਉਣ, ਆਪਣੇ ਅਸਲੀ ਜਮਾਤੀ ਕਿਰਦਾਰ ਨੰਗੇ ਕਰਨ, ਜਾਂ ਫਿਰ ਚੁੱਪਚਾਪ ਮਜ਼ਦੂਰ ਜਮਾਤ ਦੇ ਹੌਸਲੇ ਬੁਲੰਦ ਹੁੰਦੇ ਵੇਖਣ। ਜ਼ਬਰ ਕਰਨ ਦੀ ਹਿੰਮਤ ਤਾਂ ਉਹ ਉਸ ਦੌਰਾਨ ਨਹੀਂ ਕਰ ਸਕੇ। ਮੁਕਾਇਆ ਜੀ ਵੀ ਇੱਥੇ ਕੁਝ ਨਹੀਂ ਹੈਗਾ। ਪਹਿਲਾਂ ਉਹ ਡਾਂਗਾ ਪਾਣੀਆਂ ਪਹਿਲਾਂ ਡਾਂਗਾ ਕਦੋਂ ਪਈਆਂ ਵਾਹ ਲੱਗਦਿਆਂ ਆਪਣੇ ਪਿੰਡੂ ਢਾਂਚੇ ਰਾਹੀਂ ਮਜ਼ਦੂਰਾਂ ਨੂੰ ਡਰਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਰਹੇ। ਦੂਜੇ ਪਾਸੇ ਲਿਬਰੇਸ਼ਨ ਦੇ ਪ੍ਰਚਾਰਕ ਮਜ਼ਦੂਰਾਂ ਨੂੰ ਜੇਲ੍ਹ ਜਾਣ ਲਈ, ਪੁਲਿਸ ਦੇ ਜ਼ਬਰ ਦਾ ਟਾਕਰਾ ਕਰਨ ਲਈ ਪਿੰਡੂ ਧਨਾਡਾਂ ਪੰਚਾਇਤਾਂ ਦੇ ਪ੍ਰਚਾਰ ਦੇ ਜਵਾਬ ਵਿੱਚ ਇਹੋ ਸਮਝਾਉਂਦੇ ਰਹੇ ਕਿ ਹੱਕ ਕੁਰਬਾਨੀਆਂ ਬਿਨਾਂ ਨਹੀਂ ਮਿਲਦੇ। ਇਹਦੇ ਆਪਾਂ ਜਾ ਕੇ ਬੈਠਾਂਗੇ, ਇੱਥੇ ਪੁਲਿਸ ਵੀ ਆਊਗੀ, ਇੱਥੋਂ ਪਿੰਡ ਚੋਂ ਵੀ ਡਰਾਉਣਗੇ, ਕਹਿਣਗੇ ਜੀ ਜੇਲ੍ਹ ਭੇਜ ਦਾਂਗੇ, ਤੁਹਾਡੀਆਂ ਫਰੀਦਕੋਟ ਮਤਲਬ ਪੈਣਗੀਆਂ ਤਰੀਕਾਂ ਆਏ ਕੁਝ। ਫਿਰ ਇਹ ਸਾਰਾ ਕੁਝ ਸਾਨੂੰ ਮਤਲਬ ਜਵਾਬ ਦੇਣਾ ਪਊ ਵੀ ਜੇਲ੍ਹ ਭੇਜਣ, ਫਾਹੇ ਟੰਗਣ, ਜ਼ਮੀਨ ਤੋਂ ਫਰਕ। ਮਜ਼ਦੂਰਾਂ ਖਾਸ ਤੌਰ ਤੇ ਔਰਤਾਂ ਦੇ ਪੱਕੇ ਇਰਾਦੇ ਦਾ ਇਸ ਗੱਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਜ਼ਮੀਨੀ ਕਬਜ਼ਿਆਂ ਦੇ ਮੌਕੇ ਤੇ ਉਹ ਆਪਣੇ ਬੱਚਿਆਂ ਸਮੇਤ ਪੂਰੇ ਉਤਸ਼ਾਹ ਦੇ ਨਾਲ ਨਾਅਰੇ ਮਾਰਦੀਆਂ ਹੋਈਆਂ ਸ਼ਾਮਲ ਹੋਈਆਂ। ਫਿਰ ਸ਼ੁਰੂ ਹੋਇਆ ਮਕਾਨਾਂ ਦੀ ਉਸਾਰੀ ਦਾ ਕੰਮ। ਇਹ ਕੰਮ ਸਭ ਨੇ ਮਿਲ ਜੁਲ ਕੇ ਕੀਤਾ। ਮਜ਼ਦੂਰ ਆਪਣੇ ਘਰ ਬਣਾਉਣ ਦੇ ਚਾਅ ਵਿੱਚ ਖੀਵੇ ਹੋਏ ਫਿਰਦੇ ਸਨ। ਸਭ ਥਕੇਵੇਂ ਭੁੱਲ ਕੇ ਜੁਟੇ ਹੋਏ ਸਨ। ਮਰਦ ਦੂਜੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਤੇ ਔਰਤਾਂ ਰਲ ਕੇ ਘਰ ਬਣਾਉਂਦੇ। ਬੱਚੇ ਵੀ ਆਪਣਾ ਬਣਦਾ ਯੋਗਦਾਨ ਪਾਉਂਦੇ। ਘਰਾਂ ਦੇ ਬਿਲਕੁਲ ਵਿਚਕਾਰ ਬਣਾਇਆ ਗਿਆ CPI-ML ਲਿਬਰੇਸ਼ਨ ਦਾ ਦਫ਼ਤਰ ਨਿੱਕਾ ਥੜਾ ਬਣਾ ਕੇ ਮਜ਼ਦੂਰਾਂ ਦੀ ਜਿੱਤ ਦਾ ਨਿਸ਼ਾਨ ਲਾਲ ਝੰਡਾ ਗੱਡਿਆ ਗਿਆ, ਜਿਸ ਨੂੰ ਕਈ ਥਾਵਾਂ ਤੇ ਮਜ਼ਦੂਰ ਆਪਣੇ ਰਵਾਇਤੀ ਸਤਿਕਾਰ ਦੇ ਨਾਲ ਮੱਥਾ ਵੀ ਟੇਕਦੇ। ਲੋਕਾਂ ਨੂੰ ਇੱਕ ਵਾਰ ਤਾਂ ਲੱਗਿਆ ਕਿ ਉਹਨਾਂ ਦੀ ਸਦੀਆਂ ਦੀ ਗੁਲਾਮੀ ਜਿਵੇਂ ਟੁੱਟ ਗਈ ਹੋਵੇ। ਉਹ ਇੰਨੇ ਸਤਾਏ ਹੋਏ ਸਨ ਕਿ ਹੁਣ ਮਰਨਾ ਤਾਂ ਮਨਜ਼ੂਰ ਕਰ ਸਕਦੇ ਸਨ, ਪਰ ਕਬਜ਼ਾ ਛੱਡਣਾ ਨਹੀਂ। ਅਸੀਂ ਤਾਂ ਉਹਨੂੰ ਹੱਸਦੇ ਨਹੀਂ ਜੀ, ਭਾਵੇਂ ਸਾਨੂੰ ਮਰਨਾ ਮਨਜ਼ੂਰ ਹੈ, ਸਾਨੂੰ ਅਸੀਂ ਕਹਿੰਦੇ ਉਹ। 3 ਤਾਰਿਆਂ ਵਾਲਾ ਝੰਡਾ ਜੋ ਪਾਰਟੀ ਦਾ ਚੋਣ ਨਿਸ਼ਾਨ ਹੈ, ਅਤੇ ਬਾਈ ਭਗਵੰਤ ਸਿੰਘ ਸਮਾਓ ਪਾਰਟੀ ਦਾ ਇਸ ਹਲਕੇ ਦਾ ਉਮੀਦਵਾਰ ਸੀ। ਮਜ਼ਦੂਰਾਂ ਨੂੰ ਹੁਣ ਆਪਣੇ ਪਰਿਵਾਰ ਦਾ ਹਿੱਸਾ ਹੀ ਲੱਗਣਾ। ਹਾਂ ਪਾਣੀ ਮੇਰਾ ਜੀ ਸਾਨੂੰ ਕੋਲ ਦੀ ਖਾਲ ਜਾਂਦਾ ਘਰਾਂ ਦੀ ਰਾਤਾਂ ਨੂੰ ਰਾਖੀ ਕਰਨੀ, ਜ਼ਮੀਨ ਸਾਫ਼ ਜਾਂ ਪੱਧਰੀ ਕਰਨੀ, ਘਰ ਬਣਾਉਣ ਦੇ ਲਈ ਕੱਚੀਆਂ ਇੱਟਾਂ ਪੱਥਣੀਆਂ ਜਾਂ ਫਿਰ ਮੁੱਲ ਲੈ ਕੇ ਆਉਣੀਆਂ, ਇਹ तमाम ਕੰਮ ਓਟ ਲਏ ਇਨਕਲਾਬੀ ਨੌਜਵਾਨ ਸਭਾ ਦੀਆਂ ਇਕਾਈਆਂ ਨੇ। ਨੌਜਵਾਨਾਂ ਨੇ ਇਸ ਸੰਘਰਸ਼ ਦੇ ਦੌਰਾਨ ਰਾਤਾਂ ਨੂੰ ਸਕੂਲ ਜਥੇਬੰਦ ਕੀਤੇ। ਉਹ ਜਾਣਨਾ ਚਾਹੁੰਦੇ ਸਨ ਇਨਕਲਾਬ ਬਾਰੇ, ਆਜ਼ਾਦੀ ਬਾਰੇ। ਇਸ ਦੌਰਾਨ ਹਾਕਮ ਧਿਰਾਂ ਵੱਲੋਂ ਪ੍ਰਚਾਰ ਕੀਤਾ ਗਿਆ ਕਿ ਤੁਹਾਡੇ ਤੇ ਜ਼ਬਰ ਹੋਵੇਗਾ। ਇਸ ਲਈ ਵੱਖ-ਵੱਖ ਡੈਡਲਾਈਨਾਂ ਨਿਸ਼ਚਿਤ ਕੀਤੀਆਂ ਗਈਆਂ। 7 ਮਈ ਪਾਰਲੀਮਾਨੀ ਚੋਣਾਂ ਦਾ ਪਹਿਲਾ ਪੜਾਅ। ਕਿਹਾ ਗਿਆ ਕਿ 7 ਮਈ ਤੋਂ ਬਾਅਦ ਸਰਕਾਰ ਕਬਜ਼ੇ ਖਾਲੀ ਕਰਵਾਵੇਗੀ। ਜਦੋਂ ਅਜਿਹਾ ਕੁਝ ਨਾ ਵਾਪਰਿਆ ਤਾਂ ਕਿਹਾ ਗਿਆ ਚੋਣਾਂ ਦੇ ਦੂਜੇ ਪੜਾਅ ਭਾਵ 13 ਮਈ ਤੋਂ ਬਾਅਦ ਜ਼ਬਰ ਹੋਵੇਗਾ। ਪਰ 13 ਮਈ ਵੀ ਲੰਘ ਗਈ। ਫਿਰ ਆਈ 16 ਮਈ ਦੀ ਤਾਰੀਖ, ਚੋਣਾਂ ਦੀ ਗਿਣਤੀ ਦਾ ਦਿਨ। ਲਿਬਰੇਸ਼ਨ ਜਾਣਦੀ ਸੀ ਕਿ ਇਹ ਡੈਡਲਾਈਨ ਅਮਲੀ ਤੌਰ ਤੇ ਮਹੱਤਤਾ ਰੱਖਦੀ ਹੈ। ਹਾਕਮ ਤੇ ਵਿਰੋਧੀ ਧਿਰ ਦੋਵੇਂ ਵਿਹਲੇ ਹੋ ਕੇ ਮਜ਼ਦੂਰਾਂ ਤੇ ਟੁੱਟ ਪੈਣ ਲਈ ਆਜ਼ਾਦ ਹੋ ਜਾਣਗੇ ਇਸ ਦਿਨ। ਇਸ ਦੇ ਲਈ ਠੋਸ ਵਿਚਾਰਾਂ ਕੀਤੀਆਂ ਗਈਆਂ। ਤੈਅ ਹੋਇਆ ਕਿ 19 ਮਈ ਦੇ ਬਜਾਏ 17 ਮਈ ਨੂੰ ਹੀ ਕਬਜ਼ੇ ਵਾਲੇ ਮਜ਼ਦੂਰਾਂ ਨੂੰ ਮਾਨਸਾ ਦੇ DC ਦਫ਼ਤਰ ਸਾਹਮਣੇ ਇਕੱਠਾ ਕੀਤਾ ਜਾਵੇਗਾ। 16-17 ਮਈ ਨੂੰ ਪਾਰਟੀ ਨੇ ਇੱਕ ਹੋਰ ਟੈਸਟ ਪਾਸ ਕਰਨਾ ਸੀ। ਸਰਮਾਏਦਾਰ ਜਾਗੀਰਦਾਰ ਪਾਰਟੀਆਂ ਨਾਲੋਂ ਮਜ਼ਦੂਰ ਜਮਾਤ ਦੀ ਪਾਰਟੀ ਦੇ ਵਖਰੇਵੇਂ ਦੀ ਲਕੀਰ ਨੂੰ ਗੂੜਾ ਕਰਨ ਦਾ ਮੌਕਾ ਆ ਗਿਆ ਸੀ। ਪਰ ਆਪਾਂ ਨੇ ਇਹ ਗੱਲ ਉਹਨਾਂ ਨੂੰ ਸਾਬਤ ਕਰਤੀ ਵੀ ਸਾਡਾ ਮਸਲਾ ਐਕਚੁਅਲੀ ਵੋਟਾਂ ਦਾ ਨਹੀਂ। ਸਹੀ ਗੱਲ ਹੈ।
ਆਪਾਂ ਵੋਟ ਪੈਗੀ ਵੋਟਾਂ 7 ਤਰੀਕ ਨੂੰ ਪੈ ਗਈਆਂ ਜਿਹੜੀਆਂ ਪੈਣੀਆਂ ਸੀ ਅੱਜ ਉਹ ਗਿਣੀਆਂ ਵੀ ਗਈਆਂ ਆਪਾਂ ਨੂੰ ਵੋਟ 8100 ਪਈ ਹੈ ਆਪਾਂ ਨੂੰ ਪਹਿਲਾਂ ਵੀ ਪਤਾ ਸੀ ਵੀ 10000 8000 ਪਊਗੀ ਆਪਾਂ ਨੂੰ ਕੋਈ ਨਿਰਾਸ਼ਤਾ ਨਹੀਂ ਉਤੋਂ ਖੁਸ਼ੀ ਆਪਾਂ ਫੇਰ ਇਸ ਮਾਮਲੇ ਨੂੰ ਲੈ ਕੇ ਚੱਲੇ ਵੀ ਆਪਣੀ ਲੜਾਈ ਜਿਹੜੀ ਅਸਲੀ ਇਹ ਹੈ ਵੋਟਾਂ ਨਹੀਂ ਇਹ ਸਾਬਤ ਕਰਨਾ ਤੇ ਹੁਣ ਇਹ ਗਾਹਾਂ ਵਾਲਾ ਸਾਬਤ ਇਹ ਕਰਨਾ ਹੈ ਵੀ ਇਹ ਮਾਮਲਾ ਕੁਝ ਲੀਡਰਾਂ ਦਾ ਨਹੀਂ ਪੂਰੀ ਜਮਾਤ ਦਾ। ਜਦੋਂ ਸਭ ਪਾਰਟੀਆਂ ਹਾਸਲ ਹੋਈਆਂ ਵੋਟਾਂ ਦਾ ਲੇਖਾ ਜੋਖਾ ਕਰਨ ਵਿੱਚ ਰੁੱਝੀਆਂ ਹੋਈਆਂ ਸਨ, ਲਿਬਰੇਸ਼ਨ ਦੇ ਕਾਰਕੁਨ ਉਦੋਂ ਵੀ ਲੋਕਾਂ ਦੇ ਵਿੱਚ ਸਨ। 17 ਮਈ ਦੀ ਸਵੇਰੇ ਮਾਨਸਾ ਜ਼ਿਲ੍ਹੇ ਦਾ ਪ੍ਰਸ਼ਾਸਨ ਹੱਕਾ ਬੱਕਾ ਰਹਿ ਗਿਆ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ ਪਰਿਵਾਰਾਂ ਸਮੇਤ ਜ਼ਿਲ੍ਹਾ ਕਚਹਿਰੀ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਉਹਨਾਂ ਨੇ ਸਪਸ਼ਟ ਮੰਗ ਉਠਾਈ। ਅਸੀਂ ਉਹ ਸਾਬਤ ਕੀਤਾ ਆ ਹਜ਼ਾਰਾਂ ਦੀ ਗਿਣਤੀ ਚ ਡੀਸੀ ਦਫ਼ਤਰ ਦੇ ਸਾਹਮਣੇ ਬਹਿ ਕੇ ਕਿ ਜਾਂ ਕਲੋਨੀ ਦੇ ਜਾਂ ਜੇਲ੍ਹ ਦੇ ਤੇਰੇ ਹੱਥਾਂ ਹੁਣ ਅਸੀਂ ਜਾਵਾਂਗੇ ਨਹੀਂ। ਇਹਨਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਇਸ ਇਕੱਠ ਨੇ ਦੁਪਹਿਰ ਬਾਅਦ ਇੱਕ ਮਤਾ ਪਾਸ ਕੀਤਾ ਕਿ ਅਸੀਂ ਸਭ ਇੱਥੇ ਹੀ ਬੈਠਾਂਗੇ, ਲੰਗਰ ਪਾਣੀ ਪਿੰਡਾਂ ਵਿੱਚੋਂ ਲਿਆਂਦਾ ਜਾਵੇਗਾ ਤੇ ਦਿਨ ਰਾਤ ਧਰਨਾ ਜਾਰੀ ਰਹੇਗਾ। 18 ਮਈ ਦਾ ਦਿਨ ਵੀ ਇਸੇ ਤਰ੍ਹਾਂ ਬੀਤਿਆ। 19 ਮਈ ਨੂੰ ਜ਼ਿਲ੍ਹਾ ਭਰ ਵਿੱਚੋਂ ਮਜ਼ਦੂਰ ਇਕੱਠੇ ਹੋਣੇ ਸ਼ੁਰੂ ਹੋ ਗਏ। ਇਕੱਠ 10,000 ਤੱਕ ਪਹੁੰਚ ਗਿਆ ਸੀ। ਪ੍ਰਸ਼ਾਸਨ ਵੱਲੋਂ ਕੋਈ ਪ੍ਰਤੀਕਿਰਿਆ ਨਾ ਆਉਣ ਤੇ ਸਟੇਜ ਵੱਲੋਂ ਐਲਾਨ ਕੀਤਾ ਗਿਆ ਕਿ ਸਾਰੇ ਦਾ ਸਾਰਾ ਇਕੱਠ ਇੱਥੇ ਹੀ ਧਰਨਾ ਲਾਵੇਗਾ, ਲੰਗਰ ਵੀ ਇੱਥੇ ਹੀ ਤਿਆਰ ਕੀਤਾ ਜਾਵੇਗਾ। ਇਸ ਨਾਲ ਪ੍ਰਸ਼ਾਸਨ ਵਿੱਚ ਕੁਝ ਹਿਲਜੁਲ ਹੋਈ। ਪ੍ਰਸ਼ਾਸਨ ਵੱਲੋਂ ਏਡੀਸੀ ਖੁਦ ਚੱਲ ਕੇ ਰੈਲੀ ਵਿੱਚ ਆਇਆ ਅਤੇ ਡੀਸੀ ਦੇ ਹਸਤਾਖਰਾਂ ਵਾਲਾ ਲਿਖਤੀ ਸਮਝੌਤਾ ਪੇਸ਼ ਕੀਤਾ ਜੋ ਕਾਫੀ ਹੱਦ ਤੱਕ ਮਜ਼ਦੂਰਾਂ ਦੀਆਂ ਮੰਗਾਂ ਮੰਨਦਾ ਜਾਪਦਾ ਸੀ। ਦੂਜੇ ਪਾਸੇ ਪਲਾਟ ਦੇਣ ਦੀ ਗੱਲ ਅਸੂਲੀ ਤੌਰ ਤੇ ਲੋਕਾਂ ਦੇ ਇਕੱਠ ਵਿੱਚ ਮੰਨੀ ਜਾਵੇ ਤਾਂ ਮਜ਼ਦੂਰਾਂ ਦੇ ਹੌਸਲੇ ਨੂੰ ਬੁਲੰਦ ਕਰ ਦੇਣ ਵਾਲੀ ਜਿੱਤ ਹੋਵੇਗੀ। ਇਹ ਵੀ ਲਿਖਤੀ ਰੂਪ ਵਿੱਚ ਮੰਨ ਲਿਆ ਗਿਆ ਕਿ ਇੱਕ ਸੰਕੇਤਿਕ ਧਰਨਾ ਡੀਸੀ ਦਫ਼ਤਰ ਦੇ ਮੇਨ ਗੇਟ ਸਾਹਮਣੇ ਜਾਰੀ ਰਹੇਗਾ। ਸਮਝੌਤੇ ਤੇ ਮਜ਼ਦੂਰ ਆਗੂਆਂ ਨੇ ਸਹੀ ਪਾ ਦਿੱਤੀ। 19 ਮਈ ਦੇ ਸਮਝੌਤੇ ਦੀ ਹਾਲੇ ਸਾਹੀ ਵੀ ਨਹੀਂ ਸੀ ਸੁੱਕੀ ਕਿ 21 ਮਈ ਨੂੰ ਪੁਲਿਸ ਨੇ ਇੱਕ ਵੱਡਾ ਹਮਲਾ ਬੋਲਿਆ। ਸੀਪੀਆਈ ਐਮਐਲ ਲਿਬਰੇਸ਼ਨ ਦੇ ਪ੍ਰਮੁੱਖ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸੇ ਹੀ ਸਮੇਂ ਦੂਜੇ ਪਾਸੇ ਮਾਨਸਾ ਜ਼ਿਲ੍ਹਾ ਕਚਹਿਰੀ ਦੇ ਵਿੱਚ ਧਰਨਾ ਮਾਰੀ ਬੈਠੇ ਮਜ਼ਦੂਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਤਾਂ ਜਿਵੇਂ ਗ੍ਰਿਫਤਾਰੀਆਂ ਦਾ ਸਿਲਸਿਲਾ ਹੀ ਚੱਲ ਪਿਆ ਹੋਵੇ। ਪਿੰਡਾਂ ਵਿੱਚੋਂ ਮਜ਼ਦੂਰਾਂ ਦੇ ਜੱਥੇ ਆਉਂਦੇ ਤੇ ਧਰਨੇ ਵਾਲੀ ਥਾਂ ਤੇ ਬੈਠਣ ਦੀ ਕੋਸ਼ਿਸ਼ ਕਰਦੇ, ਪਰ ਉਹਨਾਂ ਨੂੰ ਪੁਲਿਸ ਵੱਲੋਂ ਰਾਹ ਵਿੱਚ ਹੀ ਰੋਕ ਲਿਆ ਜਾਂਦਾ। ਉਹ ਸ਼ਾਂਤੀ ਦੇ ਨਾਲ ਰੁਕ ਜਾਂਦੇ ਅਤੇ ਕਹਿੰਦੇ ਜਾਂ ਤਾਂ ਗ੍ਰਿਫਤਾਰ ਕਰਕੇ ਸਾਨੂੰ ਵੀ ਜੇਲ੍ਹ ਭੇਜੋ ਤੇ ਜਾਂ ਫਿਰ ਅਸੀਂ ਵੀ ਆਪਣਾ ਧਰਨਾ ਜਾਰੀ ਰੱਖਾਂਗੇ। ਪੁਲਿਸ ਕੋਲ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਕਈ ਵਾਰੀ ਤਾਂ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੀ ਮਜ਼ਦੂਰਾਂ ਤੇ ਲਾਠੀਚਾਰਜ ਕੀਤਾ ਜਾਂਦਾ ਸੀ, ਪਰ ਮਜ਼ਦੂਰ ਸੀ ਕਿ ਟਸ ਤੋਂ ਮਸ ਨਹੀਂ ਹੋਏ। ਪਲਾਟ ਦਿਓ ਜਾਂ ਜੇਲ੍ਹ ਭੇਜੋ, ਇਹੋ ਉਹਨਾਂ ਦੇ ਬੱਚੇ ਦੀ ਜ਼ਬਾਨ ਤੇ ਸੀ। ਗ੍ਰਿਫਤਾਰ ਹੋਏ ਮਜ਼ਦੂਰਾਂ ਵਿੱਚ 130 ਬੱਚੇ ਵੀ ਸ਼ਾਮਲ ਸਨ। 850 ਦੇ ਕਰੀਬ ਔਰਤਾਂ, 600-700 ਮਰਦ ਵੀ ਸ਼ਾਮਲ ਸਨ। ਪੁਲਿਸ ਨੇ ਸਭ ਤੇ 107, 151 ਲਗਾ ਕੇ ਜੇਲ੍ਹ ਭੇਜ ਦਿੱਤਾ ਸੀ, ਜਦਕਿ ਕਾਨੂੰਨਦਾਨ ਦੱਸਦੇ ਹਨ ਕਿ 107, 151 ਦੇ ਤਹਿਤ ਜੇਲ੍ਹ ਨਹੀਂ ਭੇਜਿਆ ਜਾ ਸਕਦਾ। ਪਰੰਤੂ ਮਜ਼ਦੂਰਾਂ ਦੇ ਲਈ ਹਿੰਦੁਸਤਾਨੀ ਪੁਲਿਸ ਕੋਲ ਵੱਖਰੀ ਕਾਨੂੰਨ ਦੀ ਕਿਤਾਬ ਹੈ। ਸੋ 1400 ਦੇ ਕਰੀਬ ਮਜ਼ਦੂਰਾਂ ਨੂੰ ਇਸੇ ਧਾਰਾ ਦੇ ਤਹਿਤ 15 ਤੋਂ 20 ਦਿਨਾਂ ਦੇ ਲਈ ਜੇਲ੍ਹਾਂ ਵਿੱਚ ਰਹਿਣਾ ਪਿਆ। ਆਗੂਆਂ ਤੇ ਵੱਖਰੀਆਂ ਧਾਰਾਵਾਂ ਲਾਈਆਂ ਗਈਆਂ। ਮਾਨਸਾ ਜ਼ਿਲ੍ਹੇ ਦੇ 8 ਥਾਣਿਆਂ ਦੇ ਵਿੱਚ ਪਰਚੇ ਦਰਜ ਕੀਤੇ ਗਏ। ਸਾਰੇ ਪਰਚੇ ਇੱਕ ਹੀ ਤਰੀਕ ਨੂੰ ਕੱਟੇ ਗਏ, 21 ਮਈ 2009। ਸੀਪੀਆਈ ਐਮਐਲ ਲਿਬਰੇਸ਼ਨ ਦੇ ਪ੍ਰਮੁੱਖ ਆਗੂਆਂ ਦੇ ਨਾਂ ਤਕਰੀਬਨ ਹਰੇਕ ਪਰਚੇ ਵਿੱਚ ਹਨ। ਹਾਲਾਂਕਿ ਗ੍ਰਿਫਤਾਰੀਆਂ ਸ਼ੁਰੂ ਕਰਨ ਦੇ ਪਹਿਲੇ ਦਿਨ ਤੋਂ ਹੀ ਪੁਲਿਸ ਨੇ ਨਾਲੋਂ ਨਾਲ ਭਾਰੀ ਫੋਰਸ ਬੁਲਾ ਕੇ ਤੇ ਬੁਲਡੋਜ਼ਰਾਂ ਦੀ ਵਰਤੋਂ ਕਰਕੇ ਪੰਚਾਇਤੀ ਜ਼ਮੀਨਾਂ ਤੇ ਮਜ਼ਦੂਰਾਂ ਵੱਲੋਂ ਬਣਾਏ ਗਏ ਘਰ ਢਾਹ ਦਿੱਤੇ। ਇੱਥੋਂ ਤੱਕ ਕਿ ਉਹਨਾਂ ਦਾ ਘਰੇਲੂ ਸਮਾਨ ਵੀ ਬਖਸ਼ਿਆ ਨਹੀਂ ਗਿਆ, ਪਰੰਤੂ ਮਜ਼ਦੂਰਾਂ ਦੇ ਹੌਸਲੇ ਨਹੀਂ ਸੀ ਢਾਏ ਜਾ ਸਕੇ। ਰੁੱਸੀਆਂ ਬਹਾਰਾਂ ਸੀ ਮੋੜ ਕੇ ਲਿਆਉਣੀਆਂ ਨੇ ਆਖ ਦੰਦੇ ਲੋਕੀ ਹਿੱਕਾਂ ਲੋਕ ਕਹਾਣੀਆਂ ਹਰ ਲੋਕ ਦਾ ਕਿਹੜਾ ਸਕੂ ਰੋ ਕਹਾਣੀਆਂ ਹਰ ਲੋਕ ਦਾ। ਸੰਘਰਸ਼ ਦੀ ਹਮਾਇਤ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਜਥੇਬੰਦੀਆਂ ਸਾਂਝੇ ਘੋਲ ਵਿੱਚ ਜਥੇਬੰਦ ਹੋਣ ਲੱਗੀਆਂ। ਬਾਦਲ ਸਰਕਾਰ ਨੂੰ ਮਜ਼ਦੂਰ ਔਰਤਾਂ ਤੇ ਬੱਚਿਆਂ ਨੂੰ ਰਿਹਾ ਕਰਨਾ ਪਿਆ। ਇਸ ਦੌਰਾਨ ਸਰਕਾਰ ਨੇ ਪ੍ਰਚਾਰ ਕੀਤਾ ਕਿ ਇਹ ਨਕਸਲਵਾੜੀਏ ਹਨ। ਉਹ ਇਸ ਸੰਘਰਸ਼ ਨੂੰ ਕੋਈ ਗੁਪਤ ਅੱਤਵਾਦੀ ਸੰਘਰਸ਼ ਬਣਾ ਕੇ ਪੇਸ਼ ਕਰਨਾ ਚਾਹੁੰਦੇ ਸਨ, ਪਰੰਤੂ ਸਾਰੇ ਸੰਘਰਸ਼ ਦੌਰਾਨ ਇੱਕ ਵੀ ਲੜਾਈ ਝਗੜਾ ਨਹੀਂ ਹੋਇਆ। ਮਜ਼ਦੂਰਾਂ ਦੇ ਸਾਰੇ ਧਰਨੇ, ਰੈਲੀਆਂ, ਮੁਜ਼ਾਹਰੇ
ਪੂਰੀ ਤਰ੍ਹਾਂ ਸ਼ਾਂਤਮਈ ਸਨ। ਪਰ ਲਿਬਰੇਸ਼ਨ ਦੇ ਲਈ ਖਾਸ ਗੱਲ ਇਹ ਸੀ ਕਿ ਮਜ਼ਦੂਰ ਜਮਾਤ ਆਪਣੀ ਸਿਆਸਤ ਕਰਨਾ ਸਿੱਖੇ। ਉਹ ਸਗੋਂ ਹਾਕਮਾਂ ਦੇ ਸਿਆਸੀ ਸਟੰਟਾਂ ਦਾ ਆਪਣੀ ਇਨਕਲਾਬੀ ਕਾਰਵਾਈ ਦੇ ਨਾਲ ਜਵਾਬ ਦੇਣਾ ਸਿੱਖੇ। ਮਜ਼ਦੂਰਾਂ ਦੇ ਘਰਾਂ ਤੇ ਆਪਰੇਸ਼ਨ ਬੁਲਡੋਜ਼ਰ ਚੱਲਣ ਤੋਂ ਬਾਅਦ ਪੇਂਡੂ ਧਨਾਡਾ ਨੇ ਮਜ਼ਾਕ ਉਡਾਇਆ, ਕਿਉਂ ਲੈ ਲੈ ਪਲਾਟ। ਸਵਾਲ ਇਹ ਨਹੀਂ ਕਿ ਇਹ ਕਬਜ਼ੇ ਕਿੰਨੀ ਦੇਰ ਤੱਕ ਬਰਕਰਾਰ ਰੱਖੇ, ਸਵਾਲ ਇਹ ਹੈ ਕਿ ਮਜ਼ਦੂਰਾਂ ਨੇ ਕਬਜ਼ੇ ਕਰਨ ਦੀ ਹਿੰਮਤ ਕੀਤੀ। ਆਪਣੀ ਇਸ ਨਿੱਕੀ ਜਿਹੀ ਦਾਅਵੇਦਾਰੀ ਤੇ ਅਕਾਲੀਆਂ ਅਤੇ ਕਾਂਗਰਸੀਆਂ ਦੀ ਵਖਲਾਟ ਨੂੰ ਨੇੜਿਓਂ ਵੇਖਿਆ, ਹਾਕਮਾਂ ਨੂੰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਤੱਕਿਆ, ਆਪਣੇ ਏਕੇ ਦੇ ਮੁਕਾਬਲੇ ਜੇਲ੍ਹਾਂ ਅਤੇ ਥਾਣਿਆਂ ਦੀ ਦਹਿਸ਼ਤ ਨੂੰ ਲੀਰੋ ਲੀਰ ਹੁੰਦੇ ਵੇਖਿਆ ਅਤੇ ਇਹ ਸਭ ਵਿੱਚੋਂ ਆਪਣੇ ਜਮਾਤੀ ਏਕੇ ਨੂੰ ਕਾਇਮ ਹੀ ਨਹੀਂ ਰੱਖਿਆ, ਸਗੋਂ ਹੋਰ ਮਜ਼ਬੂਤ ਕੀਤਾ। ਇਹੋ ਕਾਰਨ ਸੀ ਕਿ 1 ਅਕਤੂਬਰ 2009 ਨੂੰ ਇੱਕ ਵਾਰ ਫਿਰ ਮਾਨਸਾ ਦੀ ਧਰਤੀ ਤੇ ਮਜ਼ਦੂਰਾਂ ਦੇ ਜੋਸ਼ੀਲੇ ਨਾਅਰੇ ਗੂੰਜ ਉੱਠੇ। ਲਾਲ ਝੰਡੇ ਪਹਿਲਾਂ ਨਾਲੋਂ ਵੀ ਵੱਧ ਮਾਣ ਦੇ ਨਾਲ ਝੁੱਲ ਰਹੇ ਸਨ। ਇਸ ਦਿਨ ਇੱਕ ਵੱਡੀ ਰੈਲੀ ਕਰਕੇ ਮਾਨਸਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਨਾਲ ਹੀ ਵਾਰਨਿੰਗ ਦੇ ਦਿੱਤੀ ਕਿ ਜੇ ਪਲਾਟਾਂ ਬਾਰੇ 19 ਮਈ ਦੀ ਰੈਲੀ ਵਿੱਚ ਕੀਤੇ ਵਾਅਦੇ 2 ਮਹੀਨਿਆਂ ਅੰਦਰ ਲਾਗੂ ਨਾ ਕੀਤੇ ਗਏ ਤਾਂ ਸੰਘਰਸ਼ ਅੱਗੇ ਵਧਾਇਆ ਜਾਵੇਗਾ। ਗੇਂਦ ਹੁਣ ਪ੍ਰਸ਼ਾਸਨ ਦੇ ਪਾਲੇ ਵਿੱਚ ਸੀ। ਦੂਜੇ ਪਾਸੇ ਲਿਬਰੇਸ਼ਨ ਇਹ ਸਮਝਦੀ ਹੈ ਕਿ ਇਹ ਮਸਲਾ ਕਿਸੇ ਇੱਕ ਜ਼ਿਲ੍ਹੇ ਵਿੱਚ ਹੀ ਪੈਦਾ ਨਹੀਂ ਹੋਇਆ, ਇਸ ਲਈ ਇਸ ਦਾ ਹੱਲ ਕਿਸੇ ਇੱਕ ਜ਼ਿਲ੍ਹੇ ਵਿੱਚ ਨਹੀਂ ਹੋ ਸਕਦਾ। ਰਿਹਾਇਸ਼ ਦੇ ਲਈ ਜ਼ਮੀਨ ਦਾ ਇਹ ਮੁੱਦਾ ਪੂਰੇ ਪੰਜਾਬ ਵਿੱਚ ਕਿਵੇਂ ਲੜਿਆ ਜਾਵੇ? ਇਸ ਦੇ ਰਸਤੇ ਵਿੱਚ 2 ਸਮੱਸਿਆਵਾਂ ਹਨ। ਨੰਬਰ 1, ਪੇਂਡੂ ਮਜ਼ਦੂਰਾਂ ਨੂੰ ਜਥੇਬੰਦ ਕਰਨ ਵਾਲੀ ਕੋਈ ਵੀ ਜਥੇਬੰਦੀ ਜਾਂ ਪਾਰਟੀ ਪੂਰੇ ਪੰਜਾਬ ਅੰਦਰ ਇੱਕਸਾਰ ਆਧਾਰ ਨਹੀਂ ਰੱਖਦੀ। ਕੋਈ ਮਾਲਵੇ ਵਿੱਚ ਮਜ਼ਬੂਤ ਹੈ, ਕੋਈ ਦੁਆਬੇ ਵਿੱਚ, ਕੋਈ ਮਾਝੇ ਵਿੱਚ ਤੇ ਕੋਈ ਪੁਆਧ ਵਿੱਚ। ਨੰਬਰ 2, ਮਜ਼ਦੂਰਾਂ ਵਿੱਚ ਕੰਮ ਕਰਨ ਵਾਲੀਆਂ ਇਹ ਪਾਰਟੀਆਂ ਅਤੇ ਜਥੇਬੰਦੀਆਂ ਇਸ ਮਾਮਲੇ ਪ੍ਰਤੀ ਪਹੁੰਚ ਵਿੱਚ ਹਾਲੇ ਇੱਕਮਤ ਨਹੀਂ। ਮਾਨਸਾ ਦੇ ਮਜ਼ਦੂਰਾਂ ਵੱਲੋਂ ਲੜੇ ਸੰਘਰਸ਼ ਦੌਰਾਨ ਕੁਝ ਤੱਥ ਸਾਹਮਣੇ ਆਏ ਹਨ। ਪੰਚਾਇਤੀ ਜ਼ਮੀਨਾਂ ਪਿੰਡਾਂ ਅੰਦਰ ਹਾਕਮ ਜਮਾਤਾਂ ਦੀ ਜਕੜ ਨੂੰ ਕਾਇਮ ਰੱਖਣ ਦਾ ਸਾਧਨ ਹਨ। ਅਕਾਲੀ ਅਤੇ ਕਾਂਗਰਸੀ ਇਹਨਾਂ ਜ਼ਮੀਨਾਂ ਨੂੰ ਰਿਲਾਇੰਸ ਵਰਗੀਆਂ ਕੰਪਨੀਆਂ ਨੂੰ ਸਸਤੇ ਰੇਟਾਂ ਤੇ ਦੇਣਾ ਚਾਹੁੰਦੇ ਹਨ। ਇਹਨਾਂ ਜ਼ਮੀਨਾਂ ਤੇ ਦਾਅਵੇਦਾਰੀ ਪਿੰਡ ਅੰਦਰ ਸਮਾਜਿਕ, ਆਰਥਿਕ ਤੇ ਸਿਆਸੀ ਦਾਅਵੇਦਾਰੀ ਹੋਵੇਗੀ। तमाम ਮਜ਼ਦੂਰ ਹਤੈਸ਼ੀ ਤਾਕਤਾਂ ਵੱਲੋਂ ਇਸ ਦਿਸ਼ਾ ਵਿੱਚ ਸੋਚ ਵਿਚਾਰ ਸ਼ੁਰੂ ਹੋ ਚੁੱਕਿਆ ਹੈ। ਉਮੀਦ ਹੈ ਬੜੀ ਜਲਦੀ ਪੰਜਾਬ ਦੇ ਹਰ ਕੋਨੇ ਵਿੱਚ ਪੇਂਡੂ ਮਜ਼ਦੂਰ ਆਪਣੀ ਆਪਣੀ ਜਥੇਬੰਦੀ ਰਾਹੀਂ ਇਸ ਸੰਘਰਸ਼ ਨੂੰ ਇੱਕੋ ਸਮੇਂ ਲੜਦੇ ਹੋਏ ਇਸ ਲੜਾਈ ਨੂੰ ਪੰਜਾਬ ਪੱਧਰ ਤੇ ਲੈ ਜਾਣਗੇ। ਇਹੋ ਹੀ ਨਹੀਂ, ਸਗੋਂ ਹਾਕਮਾਂ ਦੀਆਂ ਨੀਤੀਆਂ ਕਾਰਨ ਪਿਛਲੇ 10 ਸਾਲਾਂ ਦੇ ਵਿੱਚ ਬੇਜ਼ਮੀਨ ਹੋਏ 2 ਲੱਖ ਤੋਂ ਵੱਧ ਕਿਸਾਨ ਪਰਿਵਾਰ ਉਹਨਾਂ ਦੀ ਉਦਾਹਰਣ ਨੂੰ ਦੇਖਦੇ ਹੋਏ ਗੁਜ਼ਾਰੇ ਲਾਇਕ ਵਾਹੀਯੋਗ ਜ਼ਮੀਨ ਦੀ ਮੰਗ ਉਠਾ ਦੇਣਗੇ ਅਤੇ ਇਉਂ ਲੈਂਡ ਸੀਲਿੰਗ ਸਮੇਤ ਜ਼ਮੀਨੀ ਸੁਧਾਰ ਸੰਘਰਸ਼ ਦਾ ਮੁੱਦਾ ਬਣ ਜਾਵੇਗਾ। ਇਹ ਜ਼ਮੀਨੀ ਘੋਲ ਪੇਂਡੂ ਖੇਤਰ ਵਿੱਚ ਦੂਜੀ ਜੰਗੇ ਆਜ਼ਾਦੀ, ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੀ ਜੰਗ ਦੀ ਸ਼ੁਰੂਆਤ ਸਿੱਧ ਹੋਵੇਗੀ। ਅੱਜ ਉਹ ਗੱਲ ਮੁੜ ਯਾਦ ਕੀਤੀ ਜਾਣੀ ਚਾਹੀਦੀ ਹੈ ਜੋ ਅਕਤੂਬਰ 1917 ਦੇ ਰੂਸ ਦੇ ਮਹਾਨ ਇਨਕਲਾਬ ਦੇ ਆਗੂ ਕਾਮਰੇਡ ਲੈਨਿਨ ਨੇ ਇਨਕਲਾਬ ਦੀ ਜਿੱਤ ਤੋਂ ਬਾਅਦ ਕਹੀ ਸੀ, ਅਸੀਂ ਆਰੰਭ ਕਰ ਦਿੱਤਾ ਹੈ। ਇਹ ਗੱਲ ਅਹਿਮ ਨਹੀਂ ਕਿ ਕਦੋਂ ਅਤੇ ਕਿਸ ਤਰੀਕੇ ਨਾਲ ਅਤੇ ਕਿਹੜੇ ਮੁਲਕ ਦੀ ਮਜ਼ਦੂਰ ਜਮਾਤ ਇਸ ਅਮਲ ਨੂੰ ਪੂਰਾ ਕਰੇਗੀ। ਅਹਿਮ ਗੱਲ ਤਾਂ ਇਹ ਹੈ ਕਿ ਬਰਫ਼ ਤੋੜੀ ਜਾ ਚੁੱਕੀ ਹੈ, ਰਸਤਾ ਖੁੱਲ੍ਹ ਗਿਆ ਹੈ, ਮਾਰਗ ਵਿਖਾ ਦਿੱਤਾ ਗਿਆ ਹੈ। ਓ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਾਰਾ ਹੱਲਾ ਮਾਰੋ, ਜਾਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਾਰਾ ਹੱਲਾ ਮਾਰੋ।